हाँ जी प्यारे साथियों, सत श्री अकाल। ਤੇ ਪਹਿਲਾਂ ਇੱਕ ਚੀਜ਼ ਨੂੰ ਸਮਝਿਓ, ਜਿਹੜੀ ਏਸ਼ੀਅੰਟ ਹਿਸਟਰੀ ਦੀ ਪਲੇਲਿਸਟ ਤੁਸੀਂ ਦੇਖਦੇ ਹੋ ਮੇਰੇ ਚੈਨਲ ਤੇ, ਉਹਦੇ ਵਿੱਚ ਜਿਹੜਾ ਪਲੇਲਿਸਟ ਦਾ ਐਂਡ ਹੁੰਦਾ ਵਾ ਉਹ ਹੁੰਦਾ ਵਾ ਜੈਨ ਧਰਮ ਤੇ ਬੁੱਧ ਧਰਮ ਦੇ ਵਿੱਚ ਜਿਹੜਾ ਵਾ ਜਾ ਕੇ ਜੈਨ ਧਰਮ ਤੇ ਬੁੱਧ ਧਰਮ ਮੈਂ ਇਕੱਠਾ ਹੀ ਕਰਵਾਇਆ ਸੀ, ਠੀਕ ਆ। ਕਿਉਂਕਿ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਵਾ ਸਾਨੂੰ ਭੁਲੇਖਾ ਪਾਉਂਦੀਆਂ ਵੀ ਕਿਹੜੀ ਚੀਜ਼ ਜੈਨ ਧਰਮ ਦੀ, ਕਿਹੜੀ ਚੀਜ਼ ਬੁੱਧ ਧਰਮ ਦੀ ਆ। ਸੋ ਮੈਂ ਸਿਮਿਲੈਰਿਟੀ ਜਿਹੜੀਆਂ ਮੈਂ ਇਹਨਾਂ ਦੀਆਂ ਦੱਸੀਆਂ ਸੀਗੀਆਂ। ਵੇਖੋ ਇਹਦੇ ਵਿੱਚ ਨਾ ਮਤਲਬ ਸਾਡੇ ਜੈਨ ਧਰਮ ਤੇ ਬੁੱਧ ਧਰਮ ਦੇ ਦੋ ਟੌਪਿਕ ਰਹਿੰਦੇ ਸੀਗੇ, ਠੀਕ ਹੈ। ਮੇ ਬੀ ਇਹ ਪਾਰਟ 3 ਆ ਕਿ 4 ਆ, ਮੈਨੂੰ ਥੋੜਾ ਯਾਦ ਨਹੀਂ ਆ। ਪਲੇਲਿਸਟ ਦੇ ਵਿੱਚ ਹੀ ਇਹ ਵੀਡੀਓ ਜਿਹੜੀ ਮੈਂ ਐਡ ਕਰ ਦੇਣੀ ਆ, ਹੁਣ ਰਿਕਾਰਡ ਹੋ ਰਹੀ ਹੈ ਤੇ ਤੁਸੀਂ ਜਿਹੜੀ ਦੇਖ ਰਹੇ ਹੋ, ਠੀਕ ਹੈ। ਦੇਖੋ ਜੈਨ ਧਰਮ ਤੇ ਬੁੱਧ ਧਰਮ ਜਿਹੜਾ ਵਾ ਇਹਦੇ ਆਪਣੇ ਦੋ ਟੌਪਿਕ ਰਹਿੰਦੇ ਸੀ, ਬਹੁਤ ਜ਼ਿਆਦਾ ਇੰਪੋਰਟੈਂਟ ਸੀ। ਇੱਕ ਤਾਂ ਸਭਾਵਾਂ ਰਹਿੰਦੀਆਂ ਸੀ, ਠੀਕ ਹੈ, ਤੇ ਇੱਕ ਇਹਨਾਂ ਦੀਆਂ ਸ਼ਾਖਾਵਾਂ ਰਹਿੰਦੀਆਂ। ਸ਼ਾਖਾਵਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਬੁੱਧ ਧਰਮ ਵੀ ਦੋ ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ ਸੀਗਾ ਤੇ ਜੈਨ ਧਰਮ ਵੀ ਦੋ ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ ਸੀਗਾ। ਤੇ ਇਸੇ ਕਰਕੇ ਇਹ ਜਿਹੜੇ ਸਾਡੇ ਦੋ ਟੌਪਿਕ ਆ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਿਮਿਲੈਰਿਟੀਜ਼ ਪਾਈਆਂ ਜਾਂਦੀਆਂ, ਜਿਹਦੀ ਵਜ੍ਹਾ ਕਰਕੇ ਇਹ ਮੈਂ ਤੁਹਾਨੂੰ ਕੰਬਾਈਨ ਕਰਕੇ ਕਰਵਾਇਆ ਸੀਗਾ। ਸੋ ਅੱਜ ਦਾ ਜਿਹੜਾ ਇਹ ਟੌਪਿਕ ਹੈਗਾ ਜੈਨ ਧਰਮ ਤੇ ਬੁੱਧ ਧਰਮ ਦਾ, ਉਹ ਹੈਗਾ ਵਾ ਸ਼ਾਖਾਵਾਂ। ਸੋ ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਬਾਕੀ ਦੀਆਂ ਸਾਰੀਆਂ ਪਲੇਲਿਸਟ ਜ਼ਰੂਰ ਦੇਖਿਓ, ਇਹ ਵਾਲੀ ਪਲੇਲਿਸਟ ਜ਼ਰੂਰ ਦੇਖਿਓ, ਫਿਰ ਹੀ ਤੁਹਾਨੂੰ ਪੂਰਾ ਸਮਝ ਆਉਣੀ ਹੈ। ਕਿਉਂਕਿ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕਰਵਾਇਆ, ਜਿਨ੍ਹਾਂ ਨੇ ਪੜ੍ਹਿਆ ਆ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਉਹਨਾਂ ਦੀ ਏਸ਼ੀਅੰਟ ਹਿਸਟਰੀ ਉਂਗਲਾਂ ਤੇ ਰੱਟੀ ਪਈ ਆ, ਠੀਕ ਹੈ। ਦੇਖੋ ਬਹੁਤ ਹੀ ਈਜ਼ੀ ਆ ਯਾਦ ਰੱਖਣਾ। ਤੁਸੀਂ ਨਾ ਸਭਾਵਾਂ ਦੇ ਵਿੱਚ ਕਨਫਿਊਜ਼ ਹੋਏ ਨੇ, ਜੈਨ ਧਰਮ ਦੀਆਂ ਸਿਰਫ 2 ਹੀ ਸਭਾਵਾਂ ਹੋਈਆਂ ਵਾ, ਕਿੰਨਾ ਈਜ਼ੀ ਆ। ਪਰ ਜਦੋਂ ਅਸੀਂ ਬੁੱਧ ਧਰਮ ਦੀ ਗੱਲ ਕਰਦੇ ਹਾਂ ਤੇ ਬੁੱਧ ਧਰਮ ਦੀਆਂ 4 ਸਭਾਵਾਂ ਹੋਈਆਂ ਵਾ। ਵੇਖੋ ਆਜੋ ਜੈਨ ਧਰਮ ਤੇ, ਜੈਨ ਧਰਮ ਦੀ ਪਹਿਲੀ ਸਭਾ ਹੁੰਦੀ ਆ 300 BC ਈਸਵੀ, ਠੀਕ ਆ। BC ਦਾ ਸਮਾਂ ਮੈਂ ਤੁਹਾਨੂੰ ਦੱਸਿਆ ਸੀ ਨਾ, ਪੁੱਠਾ ਚੱਲਦਾ ਸੀ। ਜਿਨ੍ਹਾਂ ਨੇ ਸਟਾਰਟਿੰਗ ਤੋਂ ਹੀ ਇਹ ਪਲੇਲਿਸਟ ਦੇਖੀ ਉਹਨਾਂ ਨੂੰ ਪਤਾ ਹੋਊਗਾ, ਠੀਕ ਹੈ। 300 BC ਦੇ ਵਿੱਚ ਇਹ ਸਭਾ ਹੁੰਦੀ ਆ। ਕਿੱਥੇ ਹੁੰਦੀ ਆ? ਪਾਟਲੀ ਪੁੱਤਰ ਦੇ ਵਿੱਚ ਹੁੰਦੀ ਆ, ਠੀਕ ਆ। ਹੁਣ ਇੱਕ ਚੀਜ਼ ਸਿਮਿਲੈਰਿਟੀ ਮੈਂ ਤਾਂ ਹੀ ਇਕੱਠਾ ਕਰਵਾਇਆ ਸੀ, ਜੈਨ ਧਰਮ ਦੀ ਪਹਿਲੀ ਸਭਾ ਪਾਟਲੀ ਪੁੱਤਰ ਦੇ ਵਿੱਚ ਹੁੰਦੀ ਤੇ ਉਧਰੋਂ ਜਿਹੜੀ ਬੁੱਧ ਧਰਮ ਦੀ ਤੀਸਰੀ ਸਭਾ ਉਹ ਵੀ ਪਾਟਲੀ ਪੁੱਤਰ ਦੇ ਵਿੱਚ ਹੁੰਦੀ। ਧਿਆਨ ਰੱਖਿਓ, ਜੈਨ ਧਰਮ ਦੀ ਪਹਿਲੀ ਸਭਾ ਪਾਟਲੀ ਪੁੱਤਰ ਦੇ ਵਿੱਚ ਤੇ ਉਧਰੋਂ ਆਪੋਜ਼ਿਟ ਬੁੱਧ ਧਰਮ ਦੀ ਤੀਸਰੀ ਸਭਾ ਪਾਟਲੀ ਪੁੱਤਰ ਦੇ ਵਿੱਚ। ਸੋ ਇਹ ਸਾਨੂੰ ਇਕੱਠਾ ਪੁੱਛਿਆ ਜਾ ਸਕਦਾ ਕਿ ਜੈਨ ਧਰਮ ਤੇ ਬੁੱਧ ਧਰਮ ਦੀ ਏਦਾਂ ਦੀਆਂ 2 ਸਭਾਵਾਂ ਸੀ ਜਿਹੜੀਆਂ ਕਿ ਪਾਟਲੀ ਪੁੱਤਰ ਦੇ ਵਿੱਚ ਹੋਈਆਂ, ਉਹ ਕਿਹੜੀਆਂ ਸੀਗੀਆਂ? ਆਨਸਰ ਆਊਗਾ ਜੈਨ ਧਰਮ ਦੀ ਪਹਿਲੀ ਤੇ ਬੁੱਧ ਧਰਮ ਦੀ ਤੀਜੀ, ਠੀਕ ਹੈ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਜਿਹੜੀ 300 BC ਦੇ ਵਿੱਚ ਪਾਟਲੀ ਪੁੱਤਰ ਦੇ ਵਿੱਚ ਸਭਾ ਹੋਈ ਹੈ ਜੈਨ ਧਰਮ ਦੀ ਪਹਿਲੀ, ਇਹਦਾ ਪ੍ਰਧਾਨ ਕੌਣ ਸੀਗਾ? ਸਥੂਲ ਪੱਧਰ। ਮੈਂ ਇੱਕ ਚੀਜ਼ ਹੋਰ, ਇਹ ਡਾਟਾ ਮੈਂ NCERT ਦੇ ਅਕੋਰਡਿੰਗ ਕਰਵਾ ਰਹੀ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹਦੇ ਪ੍ਰਧਾਨ ਹੈਗੇ ਹੀ ਸਥੂਲ ਪੱਧਰ, ਠੀਕ ਆ। ਤੇ ਜਦੋਂ ਇਹ ਸਭਾ ਹੋਈ ਉਸ ਸਮੇਂ ਰਾਜ ਕਿਹਦਾ ਸੀਗਾ? ਚੰਦਰਗੁਪਤ ਮੌਰੀਆ ਦਾ। ਕਿੱਥੇ ਰਾਜ ਸੀਗਾ? ਮਗਧ। ਤੇ ਮਗਧ ਸਾਨੂੰ ਸਾਰਿਆਂ ਨੂੰ ਪਤਾ, ਮਗਧ ਸਭ ਤੋਂ ਵੱਡਾ ਮਹਾਜਨਪਦ ਸੀਗਾ ਉਸ ਸਮੇਂ ਦਾ। 300 BC ਦੇ ਵਿੱਚ ਪਹਿਲੀ ਸਭਾ ਹੁੰਦੀ ਆ ਜੈਨ ਧਰਮ ਦੀ ਪਾਟਲੀ ਪੁੱਤਰ ਦੇ ਵਿੱਚ ਤੇ ਇਹਦਾ ਪ੍ਰਧਾਨ ਹੈਗਾ ਵਾ ਸਥੂਲ ਪੱਧਰ। ਤੇ ਉਸ ਸਮੇਂ ਰਾਜ ਕਿਹੜੇ ਸ਼ਾਸਕ ਦਾ? ਚੰਦਰਗੁਪਤ ਮਗਧ ਦੇ ਵਿੱਚ, ਠੀਕ ਆ। ਉਸ ਤੋਂ ਬਾਅਦ ਦੇਖੋ, ਉਸ ਤੋਂ ਬਾਅਦ ਕੀ ਹੁੰਦਾ ਵਾ ਕਿ ਇਹ ਜਿਹੜੀ ਸਭਾ ਸੀ ਨਾ, ਇਹ ਜਿਹੜੀ ਸਾਡੀ ਪਹਿਲੀ ਸਭਾ ਹੀ ਜੈਨ ਧਰਮ ਦੀ, ਇਹਦੇ ਵਿੱਚ ਕੀ ਹੁੰਦਾ ਵਾ ਕਿ ਇਹ ਜਿਹੜੀ ਪਹਿਲੀ ਸਭਾ ਸੀ ਅਸਲ ਦੇ ਵਿੱਚ ਪਾਟਲੀ ਪੁੱਤਰ ਦੇ ਵਿੱਚ ਨਹੀਂ ਸੀ ਹੋਣੀ। ਇਹ ਪਾਟਲੀ ਪੁੱਤਰ ਦੇ ਵਿੱਚ ਨਹੀਂ ਸੀ ਹੋਣੀ। ਇਹ ਕਿੱਥੇ ਹੋਣੀ ਸੀ? ਇਹ ਹੋਣੀ ਸੀ ਮਗਧ ਦੇ ਵਿੱਚ। ਕਿੱਥੇ ਹੋਣੀ ਸੀ? ਮਗਧ ਦੇ ਵਿੱਚ। ਕਿਉਂਕਿ ਚੰਦਰਗੁਪਤ ਮੌਰੀਆ ਦਾ ਸ਼ਾਸਨ ਹੀ ਉਸ ਸਮੇਂ ਸ਼ਾਸਨ ਕਰ ਰਿਹਾ ਸੀ ਮਗਧ ਦੇ ਵਿੱਚ। ਤੇ ਇਹ ਸਭਾ ਕਿੱਥੇ ਹੋਣੀ ਸੀ? ਕਿਉਂਕਿ ਚੰਦਰਗੁਪਤ ਮੌਰੀਆ ਜੈਨ ਧਰਮ ਨੂੰ ਬਹੁਤ ਮੰਨਦਾ ਸੀ, ਹਨਾ। ਤੇ ਇਹਨੇ ਸਭਾ ਕਰਾਉਣੀ ਸੀ ਮਗਧ ਦੇ ਵਿੱਚ। ਕੀ ਹੋਇਆ ਕਿ ਮਗਧ ਦੇ ਵਿੱਚ ਅਚਾਨਕ ਕਾਲ ਪੈ ਗਿਆ। ਜਦੋਂ ਕਾਲ ਪੈ ਗਿਆ ਤੇ ਇਹਨਾਂ ਨੇ ਸਭਾ ਜਿਹੜੀ ਆ ਪਾਟਲੀ ਪੁੱਤਰ ਦੇ ਵਿੱਚ ਬੁਲਾਈ। ਕਿਉਂ ਬੁਲਾਈ? ਕਿਉਂਕਿ ਜਦੋਂ ਕਾਲ ਪੈ ਗਿਆ ਤੇ ਇਹਨਾਂ ਨੇ ਲੋਕਾਂ ਦੇ ਨਾਲ ਇਹ ਡਿਸਾਈਡ ਕਰ ਲਈ, ਉੱਥੇ ਸਭਾ ਬੁਲਾਈ ਸੀ ਕਿ ਮਗਧ ਨੂੰ ਛੱਡ ਕੇ ਜਾਇਆ ਜਾਵੇ ਜਾਂ ਕੀ ਕੀਤਾ ਜਾਵੇ, ਕਿਉਂਕਿ ਕਾਲ ਪੈ ਗਿਆ ਸੀ। ਹੁਣ ਹੋਇਆ ਕਿ ਕੁਝ ਲੋਕ ਤਾਂ ਕਹਿੰਦੇ ਵੀ ਮਗਧ ਨੂੰ ਛੱਡ ਕੇ ਚਲ ਜਾਈਏ,
ਕੁਝ ਲੋਕ ਕਹਿੰਦੇ ਵੀ ਜੋ ਹੋ ਜਾ ਅਸੀਂ ਮਰ ਜਾਾਂਗੇ, ਅਸੀਂ ਮਗਧ ਨੂੰ ਛੱਡ ਕੇ ਨਹੀਂ ਜਾਂਦੇ। ਮਤਲਬ ਕਿ ਲੋਕਾਂ ਨੂੰ ਦੋ ਰਾਏ ਬਣ ਗਈਆਂ, ਦੋ ਓਪੀਨੀਅਨ ਬਣ ਕੇ ਸਾਹਮਣੇ ਆਈਆਂ। ਅੱਧੇ ਮਗਧ ਦੇ ਲੋਕ ਕਹਿੰਦੇ ਵੀ ਅਸੀਂ ਨਹੀਂ ਜਾਣਾ, ਵੀ ਅਸੀਂ ਮਗਧ ਨੂੰ ਛੱਡ ਕੇ ਨਹੀਂ ਜਾਣਾ, ਚਾਹੇ ਜੋ ਮਰਜ਼ੀ ਹੋ ਜੇ, ਚਾਹੇ ਸਾਡੀ ਜਾਨ ਚਲ ਜੇ, ਅਸੀਂ ਮਗਧ ਨੂੰ ਛੱਡ ਕੇ ਨਹੀਂ ਜਾਣਾ। ਪਰ ਦੂਜੇ ਬੰਨੇ ਅੱਧੇ ਲੋਕ ਮਗਧ ਨੂੰ ਛੱਡ ਕੇ ਜਾਣ ਦੇ ਹੱਕ ਦੇ ਵਿੱਚ ਹੈਗੇ ਸੀ। ਸੋ ਇਹਦੇ ਤੋਂ ਹੀ, ਕਿਉਂਕਿ ਸਭਾ ਚੱਲ ਰਹੀ, ਇਹ ਸਾਰੀਆਂ ਗੱਲਾਂ ਕਿਹਦੇ ਵਿੱਚ, ਇਹ ਡਿਸਕਸ਼ਨ ਕਿਹਦੇ ਵਿੱਚ ਚੱਲ ਰਹੀ ਸੀ, ਜਿਹੜੀ ਪਹਿਲੀ ਸਭਾ ਹੋ ਰਹੀ ਸੀ ਹੋਣੀ ਤਾਂ ਮਗਧ ਦੇ ਵਿੱਚ ਹੀ, ਪਰ ਹੋ ਮਗਧ ਦੇ ਬਾਰੇ ਹੀ ਰਹੀ ਸੀ, ਕਿੱਥੇ, ਪਾਟਲੀਪੁੱਤਰ ਦੇ ਵਿੱਚ। ਹੁਣ ਦੋ ਰਾਏ ਬਣ ਗਈਆਂ ਹਨਾ, ਤੇ ਇਹਦੇ ਤੋਂ ਹੀ ਜੈਨ ਧਰਮ ਜਿਹੜਾ ਸੀ ਦੋ ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ। ਇਹੀ ਕਾਰਨ ਆ ਕਿ ਜੈਨ ਧਰਮ ਦੋ ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ, ਦਿਗੰਬਰ ਤੇ ਸਤੰਬਰ। ਇਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ, ਠੀਕ ਆ। ਹੁਣ ਵੇਖੋ ਸਮਝ ਆ ਗਈ ਇੱਥੋਂ ਤੱਕ। ਉਸ ਤੋਂ ਬਾਅਦ ਆ ਜਾਓ ਦੂਸਰੀ ਸਭਾ ਤੇ। ਪਹਿਲੀ ਸਭਾ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜਦੋਂ ਕੁਝ ਸ਼ਾਖਾਵਾਂ ਦੇ ਵਿੱਚ ਵੰਡਿਆ ਜਾਂਦਾ ਉਹ ਇੰਪੋਰਟੈਂਟ ਹੁੰਦੀ ਹੈ, ਇਹਨੂੰ ਤੁਸੀਂ ਯਾਦ ਰੱਖਿਓ। ਦੂਸਰੀ ਤੇ ਆ ਜਾਓ। ਦੂਸਰੀ ਹੁੰਦੀ ਆ 512 ਦੇ ਵਿੱਚ, ਵਲਭੀ ਦੇ ਵਿੱਚ। ਕਿੱਥੇ ਹੁੰਦੀ ਆ? ਵਲਭੀ ਦੇ ਵਿੱਚ ਹੁੰਦੀ ਆ। ਇਹਦਾ ਪ੍ਰਧਾਨ ਕੌਣ ਸੀ? ਦਵਾਰਥੀ। ਜਿਹੜੇ ਇਹਨਾਂ ਦੇ ਪ੍ਰਧਾਨ ਆ, ਇਹਨਾਂ ਦੇ ਨਾਮ ਥੋੜੇ ਔਖੇ ਜੇ ਆ। ਜੇਕਰ ਸਾਨੂੰ ਏਸ਼ੀਅਨ ਹਿਸਟਰੀ ਟਫ ਆਉਂਦੀ ਆ ਤਾਂ ਸਾਨੂੰ ਇਹਨਾਂ ਦੇ ਪ੍ਰਧਾਨ ਪੁੱਛੇ ਜਾ ਸਕਦੇ ਆ। ਇਹਨਾਂ ਨੂੰ ਤੁਸੀਂ ਯਾਦ ਰੱਖਣਾ, ਯਾਦ ਕਰਨ ਦਾ ਕੋਈ ਵੀ ਹੈ ਨਹੀਂ ਟ੍ਰਿਕ ਟਰੁਕ, ਬਸ ਤੁਹਾਨੂੰ ਯਾਦ ਰੱਖਣਾ ਪੈਣਾ ਇਸ ਚੀਜ਼ ਦਾ, ਠੀਕ ਹੈ। ਸੋ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਹੋਵੇ ਵੀ ਹਾਂ ਇਹਨੂੰ ਇਸ ਤਰੀਕੇ ਨਾਲ ਯਾਦ ਰੱਖ ਲਿਓ, ਉਹ ਤਾਂ ਮੈਂ ਕਹਿ ਦਿੰਦੀ ਹੁੰਦੀ ਹਾਂ, ਪਰ ਇਹੋ ਜਿਹਾ ਡਾਟੇ ਲਈ ਮੈਂ ਤੁਹਾਨੂੰ ਕੀ ਕਹਾਂ, ਇਹ ਤੁਹਾਨੂੰ ਯਾਦ ਰੱਖਣਾ ਪੈਣਾ। 512 ਦੇ ਵਿੱਚ ਵਲਭੀ ਦੇ ਵਿੱਚ ਹੁੰਦੀ ਆ ਦੂਸਰੀ ਸਭਾ। ਇਹਦਾ ਪ੍ਰਧਾਨ ਹੈਗਾ ਵਾ ਦਵਾਰਥੀ। ਹੁਣ ਇਹਦੇ ਵਿੱਚ ਕੀ ਹੋਇਆ? ਜੈਨ ਧਰਮ ਦੀਆਂ ਸਿੱਖਿਆਵਾਂ। ਇਹਦੇ ਵਿੱਚ ਜੈਨ ਧਰਮ ਦੀਆਂ ਸਿੱਖਿਆਵਾਂ ਲਿਖੀਆਂ ਗਈਆਂ ਵੀ ਜੈਨ ਧਰਮ ਜਿਹੜਾ ਵਾ ਕੀ ਸਿੱਖਿਆ ਦਿੰਦਾ ਹੈ ਹਨਾ। ਇਹਦੇ ਵਿੱਚ ਜੈਨ ਧਰਮ ਦੀਆਂ ਸਿੱਖਿਆਵਾਂ ਲਿਖੀਆਂ ਗਈਆਂ ਦੂਸਰੀ ਸਭਾ ਦੇ ਵਿੱਚ। ਮੈਂ ਇੱਕ ਵਾਰੀ ਰਿਪੀਟ ਕਰਦੀ ਹਾਂ। ਮੈਨੂੰ ਮਤਲਬ ਵੈਸੇ ਨਾ ਮੇਰੇ ਜਿਹੜੇ ਪੁਰਾਣੇ ਸਟੂਡੈਂਟ ਆ, ਵੈਸੇ ਮੈਨੂੰ ਕਹਿ ਦਿੰਦੇ ਮੈਨੂੰ ਆਪਣੇ ਕੰਟੈਂਟ ਤੇ ਮਾਣ ਆ, ਆਪਣੇ ਆਪ ਤੇ ਨਹੀਂ, ਮੈਨੂੰ ਆਪਣੇ ਕੰਟੈਂਟ ਤੇ ਮਾਣ ਆ, ਠੀਕ ਆ। ਤੇ ਮਤਲਬ ਉਹ ਕਹਿ ਦਿੰਦੇ ਆ ਵੀ ਜੇ ਜੋ ਵੀ ਤੁਹਾਡਾ ਮਟੀਰੀਅਲ ਤੁਹਾਡੀ ਕਲਾਸ 'ਚ ਇੱਕ ਵਾਰੀ ਦੇਖ ਲੈਂਦੇ ਆ ਤੇ ਲੋੜ ਨਹੀਂ ਪੈਂਦੀ ਕਿਤੇ ਹੋਰ ਪੜ੍ਹਨ ਦੀ, ਹਨਾ, ਯਾਦ ਰਹਿ ਜਾਂਦਾ। ਸੋ ਮੈਨੂੰ ਉਮੀਦ ਆ ਵੀ ਇਹ ਵੀ ਤੁਹਾਨੂੰ ਯਾਦ ਹੋ ਗਿਆ ਹੋਊਗਾ। ਪਹਿਲੀ ਸਭਾ 300 BC ਦੇ ਵਿੱਚ ਹੁੰਦੀ ਆ। ਹੋਣੀ ਕਿੱਥੇ ਸੀ? ਮਗਧ ਦੇ ਵਿੱਚ। ਮਗਧ ਦੇ ਵਿੱਚ ਕਾਲ ਪੈ ਗਿਆ ਸੀ, ਤਾਂ ਕਰਕੇ ਚੰਦਰਗੁਪਤ ਮੌਰੀਆ ਨੇ ਸਭਾ ਕਿੱਥੇ ਕਰਾਤੀ? ਪਾਟਲੀਪੁੱਤਰ ਦੇ ਵਿੱਚ। ਅੱਧੇ ਲੋਕ ਮਗਧ ਨੂੰ ਛੱਡ ਕੇ ਜਾਣ ਦੇ ਹੱਕ ਦੇ ਵਿੱਚ ਸੀਗੇ, ਅੱਧੇ ਵਿਰੋਧ ਦੇ ਵਿੱਚ ਸੀਗੇ। ਇਸ ਕਰਕੇ ਜੈਨ ਧਰਮ ਦੋ ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ, ਦਿਗੰਬਰ ਤੇ ਸਤੰਬਰ। ਦੂਸਰੀ ਸਭਾ ਹੁੰਦੀ ਆ 512 ਦੇ ਵਿੱਚ ਵਲਭੀ ਦੇ ਵਿੱਚ, ਜਿਹਦਾ ਪ੍ਰਧਾਨ ਕੌਣ ਸੀਗਾ? ਦਵਾਰਥੀ। ਤੇ ਇਹਦੇ ਵਿੱਚ ਜੈਨ ਧਰਮ ਦੀਆਂ ਸਿੱਖਿਆਵਾਂ ਲਿਖੀਆਂ ਗਈਆਂ। ਜਿਹੜੇ 12 ਓਪੰਗ ਅਸੀਂ ਜੈਨ ਧਰਮ ਦੇ ਪੜ੍ਹਦੇ ਆ, 12, ਠੀਕ ਆ, ਏਸ਼ੀਅਨ ਹਿਸਟਰੀ ਦੇ ਵਿੱਚ, ਉਹ ਦੂਸਰੀ ਸਭਾ ਵੇਲੇ ਹੀ ਲਿਖੇ ਗਏ ਸੀ। ਬਸ ਨਿਬੜ ਗਿਆ ਕੰਮ ਜੈਨ ਧਰਮ ਦੀਆਂ ਸਭਾਵਾਂ ਦਾ, ਠੀਕ ਆ। ਉਸ ਤੋਂ ਬਾਅਦ ਬੁੱਧ ਧਰਮ ਤੇ ਆ ਜਾਓ। ਬੁੱਧ ਧਰਮ ਦੀਆਂ ਜ਼ਿਆਦਾ ਇੰਪੋਰਟੈਂਟ ਆ ਤੇ ਪੁੱਛੀਆਂ ਵੀ ਜ਼ਿਆਦਾ ਬੁੱਧ ਧਰਮ ਦੀਆਂ ਹੀ ਗਈਆਂ। ਇਹਦੀ ਪਹਿਲੀ ਹੀ ਜ਼ਿਆਦਾ ਇੰਪੋਰਟੈਂਟ ਆ। 300 BC ਵਾਲੀ ਇਹੋ ਹੀ ਜ਼ਿਆਦਾ ਇੰਪੋਰਟੈਂਟ ਆ। ਜੈਨ ਧਰਮ ਦੀ ਇੱਕੋ ਹੀ, ਇਹਨੂੰ ਯਾਦ ਰੱਖ ਲਿਓ, ਠੀਕ ਆ। ਉਸ ਤੋਂ ਬਾਅਦ ਜੈਨ ਧਰਮ ਦੀ ਆ ਜਾਣਕਾਰੀ ਯਾਦ ਰੱਖ ਲਓ। ਜੇ ਇਹੋ ਜਿਹੀ ਜਾਣਕਾਰੀ ਕਿਤੇ ਕੋਈ ਮਿਲਦੀ ਹੈ ਤੇ ਬਸ ਫਿਰ ਉਥੋਂ ਇਹ ਧਿਆਨ ਰੱਖ ਲਓ ਵਲਭੀ ਵੁਲਭੀ ਵਾਲਾ ਆ ਗਿਆ, ਦਵਾਰਥੀ ਵਾਲਾ ਆ ਗਿਆ, ਤੇ ਉੱਥੋਂ ਯਾਦ ਰੱਖ ਲਿਓ ਵੀ ਉਹ ਦੂਸਰੀ ਸਭਾ ਵਾ, ਬਸ, ਠੀਕ ਹੈ ਨਾ। ਸੋ ਉਸ ਤੋਂ ਬਾਅਦ ਆ ਜਾਓ ਬੁੱਧ ਧਰਮ ਤੇ। ਬੁੱਧ ਧਰਮ ਦੀ ਪਹਿਲੀ ਸਭਾ ਹੁੰਦੀ ਹੈ 487 BC ਦੇ ਵਿੱਚ। ਕਿੱਥੇ ਹੁੰਦੀ ਆ? ਰਾਜਗ੍ਰਹਿ ਦੇ ਵਿੱਚ। ਕਿੱਥੇ ਹੁੰਦੀ ਆ? ਰਾਜਗ੍ਰਹਿ ਦੇ ਵਿੱਚ। ਉਸ ਸਮੇਂ ਦਾ ਪ੍ਰਧਾਨ ਕੌਣ ਸੀ? ਮਹਾਕਸ਼ਪ, ਠੀਕ ਹੈ। ਇਹਨਾਂ ਦੇ ਨਾਮ ਤੁਸੀਂ ਜ਼ਰੂਰ ਯਾਦ ਰੱਖਣੇ ਆ, ਠੀਕ ਆ। ਪਹਿਲੀ ਬੁੱਧ ਧਰਮ ਦੀ ਸਭਾ ਹੁੰਦੀ ਹੈ 487 ਦੇ ਵਿੱਚ। ਫਰਕ ਜ਼ਰੂਰ ਯਾਦ ਰੱਖਿਓ। ਜੈਨ ਧਰਮ ਦੀ ਪਹਿਲੀ 300 BC ਦੇ ਵਿੱਚ ਹੁੰਦੀ ਆ, ਤੇ ਜਿਹੜੀ ਬੁੱਧ ਧਰਮ ਦੀ ਆ ਇਹ ਕਦੋਂ ਹੁੰਦੀ ਆ? ਇਹ ਹੁੰਦੀ ਆ 487 BC ਦੇ ਵਿੱਚ, ਠੀਕ ਆ। ਤੇ ਉਸ ਤੋਂ ਬਾਅਦ ਜਿਹੜਾ ਇਹਦਾ ਪ੍ਰਧਾਨ ਹੈਗਾ ਵਾ ਉਹ ਹੁੰਦਾ ਵਾ ਮਹਾਕਸ਼ਪ। ਹੁੰਦੀ ਕਿੱਥੇ ਆਈ ਸਭਾ? ਰਾਜਗ੍ਰਹਿ ਦੇ ਵਿੱਚ। ਤੇ ਹੁਣ ਗੱਲ ਆਉਂਦੀ ਆ ਵੀ ਇਸ ਸਮੇਂ ਸ਼ਾਸਕ ਕੌਣ ਸੀਗਾ? ਅਜਾਦ ਸ਼ਤਰੂ। ਅਜਾਦ ਸ਼ਤਰੂ ਪੜ੍ਹਦੇ ਆ ਨਾ ਅਸੀਂ ਮੌਰੀਆ ਕਾਲ ਦਾ, ਠੀਕ ਆ। ਅਜਾਦ ਸ਼ਤਰੂ ਜਿਹੜਾ ਸੀਗਾ ਉਹ ਇਸ ਸਮੇਂ ਜਿਹੜਾ ਸੀ ਸ਼ਾਸਨ ਕਰ ਰਿਹਾ ਸੀ, ਠੀਕ ਆ। ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਆ? ਪੁੱਛਿਆ ਜਾਂਦਾ ਹੁੰਦਾ ਕਿ ਬੁੱਧ ਧਰਮ ਦੀ ਪਹਿਲੀ ਸਭਾ ਦੇ ਵਿੱਚ ਜਿਹੜੀ ਹੋਈ ਰਾਜਗ੍ਰਹਿ ਦੇ ਵਿੱਚ, ਇਹਦੇ ਵਿੱਚ ਕਿੰਨੇ ਭਿਕਸ਼ੂਆਂ ਨੇ ਭਾਗ ਲਿਆ? ਵੈਰੀ ਵੈਰੀ ਇੰਪੋਰਟੈਂਟ, ਬਹੁਤ ਜ਼ਿਆਦਾ। 500 ਭਿਕਸ਼ੂਆਂ ਨੇ ਜਿਹੜਾ ਸੀ ਇਹਦੇ ਵਿੱਚ ਭਾਗ ਲਿਆ ਸੀ। ਤੇ ਇਸ ਸਭਾ ਦੇ ਵਿੱਚ
त्रिपिटक लिखे गए, सुत पिटक, विनय पिटक, अभिधम पिटक, ਤਿੰਨ त्रिपिटक पढ़ते ना सी इन्हां दे, ठीक है। ਉਹ ਕਿੱਥੇ ਲਿਖੇ ਗਏ ਸੀ? ਉਹ ਇੱਥੇ ਲਿਖੇ ਗਏ ਸੀ ਪਹਿਲੀ ਸਭਾ ਦੇ ਵੇਲੇ 487 BC ਦੇ ਵਿੱਚ ਹੁੰਦੀ ਆ, ਰਾਜ ਗ੍ਰਹਿ ਦੇ ਵਿੱਚ ਹੁੰਦੀ ਆ। ਇਹਦਾ ਪ੍ਰਧਾਨ ਮਹਾਕਸ਼ਪ ਆ ਤੇ ਇਹਦੇ ਵੇਲੇ ਕਿਹੜੇ ਰਾਜੇ ਦਾ ਰਾਜ ਸੀਗਾ? ਆਜ਼ਾਦ ਸ਼ਤਰੂ ਦਾ ਸੀਗਾ ਤੇ 500 ਭਿਕਸ਼ੂ ਇਹਦੇ ਵਿੱਚ ਭਾਗ ਲੈਂਦੇ ਆ। त्रिपिटक ग्रंथ, सुत पिटक, विनय पिटक, अभिधम पिटक नाम जरूर याद रख लियो, सुन के लिख लो। सुत पिटक, विनय पिटक, अभिधम पिटक ਜਿਹੜੇ ਸੀ ਇੱਥੇ ਲਿਖੇ ਗਏ ਪਹਿਲੀ ਸਭਾ ਦੇ ਵਿੱਚ। ਦੂਸਰੀ ਤੇ ਆ ਜਾਓ, ਦੂਸਰੀ ਸਭਾ ਜਿਹੜੀ ਆ ਉਹ ਹੁੰਦੀ ਆ 383 BC ਦੇ ਵਿੱਚ, ਠੀਕ ਆ। ਵੈਸ਼ਾਲੀ ਦੇ ਵਿੱਚ ਹੁੰਦੀ ਆ। ਕਿੱਥੇ ਹੁੰਦੀ ਆ? ਵੈਸ਼ਾਲੀ ਦੇ ਵਿੱਚ ਹੁੰਦੀ ਆ, ਠੀਕ ਆ। ਇਸ ਸਮੇਂ ਪ੍ਰਧਾਨ ਕੌਣ ਸੀਗਾ? ਕਾਲਾ ਅਸ਼ੋਕ। ਕਾਲਾ ਅਸ਼ੋਕ ਪਤਾ ਕਿਹੜੇ ਵੰਸ਼ ਦਾ ਰਾਜਾ ਸੀਗਾ? ਸ਼ਿਸ਼ੂਨਾਗ। ਸ਼ਿਸ਼ੂਨਾਗ ਵੰਸ਼ ਪੜ੍ਹਦੇ ਆ ਨਾ ਅਸੀਂ, ਬਸ ਸ਼ਿਸ਼ੂਨਾਗ ਵੰਸ਼ ਦਾ ਇਹ ਸੀਗਾ। ਵੇਖੋ ਸੱਪਾਂ ਵਾਲੇ ਨਾਂ ਹੀ ਇਹਨਾਂ ਦੇ, ਕਾਲਾ ਅਸ਼ੋਕ। ਕਿਹੜੇ ਵੰਸ਼ ਦਾ ਰਾਜਾ? ਸ਼ਿਸ਼ੂਨਾਗ ਦਾ। ਏਦਾਂ ਰਾਜ ਯਾਦ ਰੱਖ ਲਿਓ, ਸੱਪਾਂ ਤੋਂ ਯਾਦ ਰੱਖ ਲਿਓ ਬਸ, ਹਨਾ। ਉਸ ਤੋਂ ਬਾਅਦ ਇਹ, ਠੀਕ ਆ, ਯਾਦ ਰੱਖ ਲਿਓ। ਦੂਸਰੀ 383 BC ਦੇ ਵਿੱਚ ਵੈਸ਼ਾਲੀ ਦੇ ਵਿੱਚ ਹੁੰਦੀ ਆ। ਕਾਲਾ ਅਸ਼ੋਕ ਰਾਜਾ ਜਿਹੜਾ ਇਸ ਸਮੇਂ ਰਾਜ ਕਰਦਾ ਸੀ ਸ਼ਿਸ਼ੂਨਾਗ ਵੰਸ਼ ਦਾ। ਪ੍ਰਧਾਨ ਕੌਣ ਹੋਗਾ ਵਾ? ਸਭਾ ਕਮੀ। ਵੇਖੋ ਜੈਨ ਧਰਮ ਦੀ ਪਹਿਲੀ ਸਭਾ ਵੇਲੇ ਪ੍ਰਧਾਨ ਕੌਣ? ਸਥੂਲ ਭੱਦਰ। ਜੈਨ ਧਰਮ ਦੀ ਦੂਸਰੀ ਸਭਾ ਦੇ ਵੇਲੇ ਪ੍ਰਧਾਨ ਕੌਣ? ਠੀਕ ਹੈ, ਦਵਾਰਥੀ। ਬੁੱਧ ਧਰਮ ਦੀ ਪਹਿਲੀ ਸਭਾ ਦੇ ਵੇਲੇ ਪ੍ਰਧਾਨ ਕੌਣ? ਮਹਾਕਸ਼ਪ। ਦੂਸਰੀ ਸਭਾ ਵੇਲੇ ਪ੍ਰਧਾਨ ਕੌਣ? ਸਭਾ ਕਮੀ। ਏਦਾਂ ਕਰਕੇ ਯਾਦ 3 ਤੋਂ 4 ਵਾਰੀ ਉਂਗਲਾਂ ਤੇ ਗਿਣਿਓ, ਕਲਾਸ ਤੋਂ ਬਾਅਦ ਵੀ ਯਾਦ ਹੋ ਜਾਊਗਾ, ਠੀਕ ਹੈ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ 700 ਭਿਕਸ਼ੂਆਂ ਨੇ ਭਾਗ ਲਿਆ। ਪਹਿਲੀ ਸਭਾ ਦੇ ਵਿੱਚ ਕਿੰਨੇ ਭਿਕਸ਼ੂ ਭਾਗ ਲੈਂਦੇ ਆ? 500। ਤੇ ਦੂਸਰੀ ਦੇ ਵਿੱਚ ਕਿੰਨੇ ਲੈਂਦੇ ਆ? 700 ਭਿਕਸ਼ੂ ਜਿਹੜੇ ਉਹ ਭਾਗ ਲੈਂਦੇ ਆ, ਠੀਕ ਹੈ। ਕਲੀਅਰ। ਉਸ ਤੋਂ ਬਾਅਦ ਤੁਸੀਂ ਆ ਜਾਓ ਤੀਸਰੀ ਤੇ, ਠੀਕ ਹੈ। ਤੇ ਤੀਸਰੀ ਜਿਹੜੀ ਆ, 1 ਮਿੰਟ, ਹਾਂ ਇੱਕ ਚੀਜ਼ ਮੇਰੇ ਕੋਲ ਸਕਿਪ ਹੋ ਗਈ, ਸੌਰੀ ਉਹਦੇ ਲਈ। ਜਿਹੜੀ ਪਹਿਲੀ ਹੈ ਨਾ, ਆ ਜਿਹੜੀ ਪਹਿਲੀ ਸਭਾ ਬੁੱਧ ਧਰਮ ਦੀ, ਪਹਿਲੀ ਸਭਾ ਵੇਲੇ ਬੁੱਧ ਧਰਮ 2 ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ ਸੀਗਾ। ਹੀਨਯਾਨ, ਠੀਕ ਹੈ, ਹੀਨਯਾਨ ਤੇ ਮਹਾਯਾਨ, ਠੀਕ ਹੈ। ਹੀਨਯਾਨ ਤੇ ਮਹਾਯਾਨ ਆ ਸ਼ਾਖਾਵਾਂ ਦੇ ਵਿੱਚ ਭੁਲੇਖਾ ਨਾ ਪਾਇਓ। ਜਿਹੜੀ ਦਿਗੰਬਰ ਤੇ ਸਤੰਬਰ ਆ ਉਹ ਜੈਨ ਧਰਮ ਦੀਆਂ ਸ਼ਾਖਾਵਾਂ ਵਾ, ਠੀਕ ਆ। ਪਰ ਪਹਿਲੀ ਸਭਾ ਵੇਖੋ ਬਹੁਤ ਈਜ਼ੀ ਆ। ਜੈਨ ਧਰਮ ਵੀ ਜੇਕਰ 2 ਸਭਾਵਾਂ ਦੇ ਵਿੱਚ ਵੰਡਿਆ ਗਿਆ ਤੇ ਪਹਿਲੀ ਸਭਾ ਵੇਲੇ, ਤੇ ਬੁੱਧ ਧਰਮ ਵੀ ਜੇਕਰ 2 ਸ਼ਾਖਾਵਾਂ ਦੇ ਵਿੱਚ ਵੰਡਿਆ ਗਿਆ ਤੇ ਪਹਿਲੀ ਸਭਾ ਵੇਲੇ, ਈਜ਼ੀ ਆ। ਤੇ ਇਹ ਜਿਹੜੇ ਬੁੱਧ ਧਰਮ ਦੀਆਂ ਸ਼ਾਖਾਵਾਂ ਦੇ ਨਾਮ ਆ ਉਹ ਹੈਗਾ ਹੀਨਯਾਨ ਤੇ ਮਹਾਯਾਨ। ਦਿਗੰਬਰ ਤੇ ਸਤੰਬਰ ਕਿਹਦੀਆਂ ਵਾ? ਜੈਨ ਧਰਮ ਦੀਆਂ, ਠੀਕ ਆ। ਉਸ ਤੋਂ ਬਾਅਦ ਆ ਜਾਓ ਤੀਸਰੀ ਤੇ। ਜਿਹੜੀ ਤੀਸਰੀ ਹੁੰਦੀ ਆ ਬੋਧੀ ਸਭਾ, ਉਹ ਆਉਂਦੀ ਆ 250 BC ਦੇ ਵਿੱਚ। ਕਿੱਥੇ ਹੁੰਦੀ ਆ? ਪਾਟਲੀਪੁੱਤਰ ਦੇ ਵਿੱਚ। ਮੈਂ ਤੁਹਾਨੂੰ ਦੱਸ ਕੇ ਗਈ ਜੈਨ ਧਰਮ ਦੀ ਪਹਿਲੀ ਸਭਾ ਵੀ ਕਿੱਥੇ ਹੁੰਦੀ ਆ? ਪਾਟਲੀਪੁੱਤਰ ਦੇ ਵਿੱਚ। ਹੋਣੀ ਵੈਸੇ ਮਗਧ ਦੇ ਵਿੱਚ ਹੁੰਦੀ ਆ, ਉੱਥੇ ਕਾਲ ਪੈਣ ਦੇ ਨਾਲ ਕਿੱਥੇ ਹੁੰਦੀ ਆ? ਪਾਟਲੀਪੁੱਤਰ ਦੇ ਵਿੱਚ ਹੁੰਦੀ ਆ। ਤੀਸਰੀ ਜਿਹੜੀ ਬੁੱਧ ਧਰਮ ਦੀ, ਉਹ ਵੀ ਪਾਟਲੀਪੁੱਤਰ ਦੇ ਵਿੱਚ ਹੀ ਹੁੰਦੀ ਆ। ਇਸ ਸਮੇਂ ਰਾਜਾ ਕਿਹੜਾ ਸੀਗਾ? ਅਸ਼ੋਕ। ਅਸ਼ੋਕ ਰਾਜਾ ਇਸ ਸਮੇਂ ਰਾਜ ਕਰਦਾ ਸੀਗਾ। ਇਹਦਾ ਪ੍ਰਧਾਨ ਹੈਗਾ ਸੀ ਮੋਗਲੀਤੁਸਤਿਸ। ਮੋਗਲੀਤੁਸਿਸ ਏਦਾਂ ਇਹਨੂੰ ਬੋਲ ਦਿੰਦੇ ਆ, ਮੋਗਲੀਤੁਸਤਿਸ। ਏਦਾਂ ਆ ਮੋਗਲੀ ਵਾਲੇ ਕਾਰਟੂਨ ਨਹੀਂ ਆਉਂਦੇ ਹੁੰਦੇ ਨਾ, ਬੱਚੇ ਵੇਖਦੇ ਹੁੰਦੇ ਮੋਗਲੀ ਵਾਲੇ ਕਾਰਟੂਨ, ਬਸ ਉੱਥੋਂ ਯਾਦ ਰੱਖ ਲਏ, ਠੀਕ ਹੈ। ਮੋਗਲੀ, ਠੀਕ ਹੈ। ਤੀਸਰੀ ਬੋਧੀ ਸਭਾ, ਉਸ ਸਮੇਂ ਪ੍ਰਧਾਨ ਕੌਣ? ਮੋਗਲੀਤੁਸਿਸ। ਤੇ ਕਹਿੰਦੇ ਬੁੱਧ ਧਰਮ ਦੀ ਕਿਹੜੀ ਉਹ ਸਭਾ ਵਾ ਜਿਹੜੀ ਸਭ ਤੋਂ ਲੰਮਾ ਸਮਾਂ ਚੱਲੀ? ਨਾਮ ਯਾਦ ਰੱਖਿਓ। ਤੀਸਰੀ ਬੋਧੀ ਸਭਾ ਸਭ ਤੋਂ ਲੰਮਾ ਸਮਾਂ ਚੱਲੀ, ਤਕਰੀਬਨ 9 ਮਹੀਨੇ। ਹੁਣ ਪਤਾ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੈਨ ਧਰਮ ਦੀ ਪਹਿਲੀ ਬੋਧੀ ਸਭਾ, ਬੋਧੀ ਨਹੀਂ, ਜੈਨ ਧਰਮ ਦੀ ਪਹਿਲੀ ਸਭਾ ਜਿਹੜੀ ਉਹ ਜ਼ਿਆਦਾ ਇੰਪੋਰਟੈਂਟ ਆ, ਤੇ ਇਧਰੋਂ ਬੁੱਧ ਧਰਮ ਦੀ ਪਹਿਲੀ ਇੰਪੋਰਟੈਂਟ ਆ ਤੇ ਤੀਜੀ ਇੰਪੋਰਟੈਂਟ ਆ, ਕਿਉਂਕਿ ਪਹਿਲੀ ਦੇ ਵਿੱਚ ਇਹ ਸਭਾਵਾਂ ਦੇ ਵਿੱਚ ਵੰਡਿਆ ਜਾਂਦਾ ਹੀਨਯਾਨ ਤੇ ਮਹਾਯਾਨ, ਤੇ ਤੀਸਰੀ ਜਿਹੜੀ ਆ ਉਹ ਸਭ ਤੋਂ ਲੰਮਾ ਸਮਾਂ ਚੱਲੀ, ਲਗਾਤਾਰ 9 ਮਹੀਨੇ, ਠੀਕ ਹੈ। ਉਸ ਤੋਂ ਬਾਅਦ ਚੌਥੀ ਤੇ ਆ ਜਾਓ। ਚੌਥੀ ਵੈਸੇ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ, ਪਰ ਤੁਸੀਂ ਨੇ ਮੋਟਾ ਯਾਦ ਰੱਖ ਲੈਣਾ। 72 AD ਦੇ ਵਿੱਚ ਹੁੰਦੀ ਆ, ਠੀਕ ਆ। ਕੁੰਡਲਵਨ ਦੇ ਵਿੱਚ ਹੁੰਦੀ ਆ। ਕੁੰਡਲਵਨ ਕਿਹੜੇ ਇਲਾਕੇ ਦੇ ਵਿੱਚ ਆ? ਕਸ਼ਮੀਰ। ਅੱਜ ਮੈਕ ਨੂੰ ਪਤਾ ਨਹੀਂ ਕੀ ਹੋਈ ਜਾਂਦਾ, ਮੈਕ ਹੀ ਡਿੱਗੀ ਜਾਂਦਾ, ਠੀਕ ਹੈ। ਇਸ ਨੂੰ ਤੁਸੀਂ ਯਾਦ ਰੱਖ ਲਿਓ।
ਠੀਕ ਹੈ। ਕੁੰਡਲਵਨ ਕਸ਼ਮੀਰ ਦੇ ਵਿੱਚ ਹੁੰਦੀ ਆ। ਇਸ ਸਮੇਂ ਪ੍ਰਧਾਨ ਕੌਣ ਆ? ਵਿਸ਼ੂਮਿੱਤਰ ਜਿਹਨੂੰ ਅਸੀਂ ਕਹਿ ਦਿੰਨੇ ਆ, ਠੀਕ ਹੈ, ਉਹ ਇਹਦਾ ਪ੍ਰਧਾਨ ਸੀਗਾ। ਤੇ ਰਾਜਾ ਕੌਣ ਸੀਗਾ? ਕਨਿਸ਼ਕ। ਕੁਸ਼ਾਣ ਵੰਸ਼ ਦਾ ਰਾਜਾ ਸੀ ਨਾ ਕਨਿਸ਼ਕ, ਉਹ ਰਾਜਾ ਇਸ ਸਮੇਂ ਰਾਜ ਕਰਦਾ ਸੀ ਜਦੋਂ ਬੁੱਧ ਧਰਮ ਦੀ ਚੌਥੀ ਸਭਾ ਹੁੰਦੀ ਆ। ਹੁਣ ਮੈਂ ਇੱਕ ਵਾਰੀ ਫੇਰ ਰਿਪੀਟ ਕਰਦੀ ਆ, ਵੇਖੋ ਪਹਿਲੀ ਯਾਦ ਰੱਖਣੀ ਆ, ਜੈਨ ਧਰਮ ਦੀ ਪਾਟਲੀਪੁੱਤਰ ਦੇ ਵਿੱਚ ਹੁੰਦੀ ਆ ਜਿਹੜੀ, ਹਨਾ, ਪਹਿਲੀ। ਇਹ ਇੰਪੋਰਟੈਂਟ ਆ। ਬੁੱਧ ਧਰਮ ਦੀ ਪਹਿਲੀ ਤੇ ਤੀਸਰੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹਨਾਂ ਨੂੰ ਲਿਖ ਕੇ ਰੱਖ ਲਓ, ਠੀਕ ਹੈ। ਵੈਸੇ ਨਾ ਮੈਂ ਏਸ਼ੀਅਨ ਹਿਸਟਰੀ ਦੀ ਇੱਕ ਮੈਰਾਥਨ ਵੀ ਲਾਈ ਸੀ, ਜਿਹਦੇ ਵਿੱਚ ਜੈਨ ਧਰਮ ਤੇ ਬੁੱਧ ਧਰਮ ਤੱਕ, ਮਤਲਬ ਜੈਨ ਧਰਮ ਤੇ ਬੁੱਧ ਧਰਮ ਤੋਂ ਅੱਗੇ ਮੈਰਾਥਨ ਆਪਾਂ ਜੇ ਲਗਾਉਣੀ ਆ। ਇੱਕ ਵਾਰੀ ਤੁਸੀਂ ਇਹਨੂੰ ਨੋਟ ਕਰ ਲਓ, ਕਲਾਸ ਦੇਖ ਲਈ, ਤੇ ਜਦੋਂ ਆਪਾਂ ਦੁਬਾਰਾ ਏਸ਼ੀਅਨ ਹਿਸਟਰੀ ਦੀ ਮੈਰਾਥਨ ਲੈ ਕੇ ਆਵਾਂਗੇ ਉਹਦੇ ਵਿੱਚ ਤੁਹਾਡੀ ਰਿਵੀਜ਼ਨ ਹੋ ਜੂਗੀ, ਠੀਕ ਆ। ਸੋ ਇਹ ਹੋ ਗਈਆਂ ਨਾ ਸਾਡੀਆਂ ਸਭਾਵਾਂ। ਹੁਣ ਇਸ ਤੋਂ ਬਾਅਦ ਅਸੀਂ ਸ਼ਿਖਾਵਾਂ ਤੇ ਜਾਂਦੇ ਆ ਕਿ ਦਿਗੰਬਰ ਤੇ ਸਤੰਬਰ ਵਾਲੇ ਕਿਹੜੇ ਸੀਗੇ, ਹੀਨਯਾਨ ਤੇ ਮਹਾਯਾਨ ਵਾਲੇ ਕਿਹੜੇ ਸੀ। ਜੈਨ ਧਰਮ ਦੀਆਂ ਸਿਖਾਵਾਂ ਕਰਦੇ ਆ। ਪਹਿਲਾਂ ਵੇਖੋ, ਇੱਕ ਤਾਂ ਜਿਹੜੇ ਦਿਗੰਬਰ ਵਾਲੇ ਸੀ, ਠੀਕ ਆ, ਜਿਹੜੇ ਦਿਗੰਬਰ ਸੀਗੇ ਇਹਨਾਂ ਦਾ ਪ੍ਰਧਾਨ ਹੈਗਾ ਸੀ ਭੱਦਰਬਾਹੂ, ਠੀਕ ਹੈ। ਨਾਮ ਇਹਨਾਂ ਦੇ ਸੇਮ ਜਿਹੀ ਆ, ਭਲੇਖਾ ਨਾ ਖਾਇਓ। ਦਿਗੰਬਰ ਦਾ ਪ੍ਰਧਾਨ ਹੈਗਾ ਸੀ ਭੱਦਰਬਾਹੂ ਤੇ ਸਤੰਬਰ ਦਾ ਪ੍ਰਧਾਨ ਹੈਗਾ ਸੀ ਸਥੂਲ ਭੱਦਰ, ਠੀਕ ਹੈ। ਨਾਮ ਇੱਕੋ ਜਿਹਾ ਯਾਦ ਰੱਖਿਓ। ਦਿਗੰਬਰ ਵਾਲਿਆਂ ਦੀ ਭਾਸ਼ਾ ਕਿਹੜੀ ਸੀ? ਪ੍ਰਕਿਰਤਕ ਸੀ। ਪਰ ਦਿਗੰਬਰ ਵਾਲਿਆਂ ਦੀ ਭਾਸ਼ਾ ਕਿਹੜੀ ਸੀ? ਸੰਸਕ੍ਰਿਤਕ ਸੀ, ਠੀਕ, ਸੰਸਕ੍ਰਿਤ ਸੀ। ਤੁਸੀਂ ਵੀ ਆਪਣੀ ਕਾਪੀ ਤੇ ਏਦਾਂ ਹੀ, ਜਿੱਦਾਂ ਆਪਾਂ ਡਿਫਰੈਂਸ ਬਿਟਵੀਨ ਨਹੀਂ ਲਿਖ ਦਿੰਦੇ ਸਕੂਲ ਟਾਈਮ, ਏਦਾਂ ਕਾਪੀ ਦੇ ਵਿੱਚ ਕਾਏ ਸੈਂਟਰ 'ਚ ਲਾਈਨ ਮਾਰ ਕੇ ਓਦਾਂ ਹੀ ਲਿਖਿਓ, ਠੀਕ ਹੈ। ਭਾਸ਼ਾ ਇਹਨਾਂ ਦੀ ਪ੍ਰਕਿਰਤਕ ਸੀ। ਜੈਨ ਧਰਮ ਦੇ ਜਿਹੜੇ ਸਤੰਬਰ ਸ਼ਾਖਾ ਸੀਗੀ, ਸੌਰੀ ਸਭਾ ਸੀਗੀ ਆਪਣੀ, ਕੀ ਸੀਗੀ? ਸ਼ਿਖਾਵਾਂ, ਠੀਕ ਹੈ। ਸ਼ਿਖਾਵਾਂ ਕਰਦੇ ਪਏ ਨਾ ਆਪਾਂ। ਹਾਏ ਹਾਏ ਪਾਗਲ ਕਰਤਾ ਤੁਸੀਂ ਮੈਨੂੰ, ਠੀਕ ਆ। ਜਿਹੜੇ ਸਤੰਬਰ ਵਾਲੇ ਸੀਗੇ ਇਹਨਾਂ ਦੀ ਭਾਸ਼ਾ ਹੈਗੀ ਸੀ ਸੰਸਕ੍ਰਿਤ, ਠੀਕ ਆ। ਦਿਸ਼ਾ ਤੇ ਆ ਜਾਓ। ਆ ਜਿਹੜਾ ਆਪਣਾ ਦਿਗੰਬਰ ਆ ਇਹ ਦੱਖਣ ਦਾ ਧਰਮ ਮੰਨਿਆ ਜਾਂਦਾ ਵਾ, ਪਰ ਸਤੰਬਰ ਕੀ ਆ? ਇਹ ਉੱਤਰ ਦਾ ਧਰਮ ਮੰਨਿਆ ਜਾਂਦਾ, ਉੱਤਰ ਦਿਸ਼ਾ ਦਾ ਧਰਮ ਮੰਨਿਆ ਜਾਂਦਾ। ਇਹਨੂੰ ਧਿਆਨ ਦੇ ਵਿੱਚ ਰੱਖਿਓ। ਜਿਹੜੀ ਦਿਗੰਬਰ ਵਾਲੇ ਸੀ ਇਹ ਬਹੁਤ ਛੋਟੀ ਸ਼ਾਖਾ ਕਿਉਂ ਰਹਿ ਗਈ ਸੀ? ਛੋਟੀ ਸ਼ਾਖਾ ਇਹ ਤਾਂ ਕਰਕੇ ਰਹਿ ਗਈ ਵੀ ਇਹਨਾਂ ਨੇ ਕੋਈ ਵੀ ਬਦਲਾਵ ਨਹੀਂ ਕੀਤਾ, ਇਹਨਾਂ ਨੇ ਬਹੁਤ ਸਖਤ ਨਿਯਮ ਅਪਣਾਏ, ਕੋਈ ਵੀ ਇਹਨਾਂ ਨੇ ਪਰਿਵਰਤਨ ਨਹੀਂ ਕੀਤਾ। ਹੁਣ ਤੁਹਾਨੂੰ ਪਤਾ ਵੀ ਕੋਈ ਵਿਰਲਾ ਹੀ ਹੁੰਦਾ ਜਿਹੜੇ ਇੰਨੇ ਕਠੋਰ ਨਿਯਮਾਂ ਨੂੰ ਅਪਣਾਉਂਦਾ। ਇਹੀ ਤਾਂ ਕਾਰਨ ਆ ਵੀ ਇਹਨਾਂ ਦੀ ਗਿਣਤੀ ਘੱਟ ਰਹਿ ਗਈ। ਤੇ ਇੱਕ ਚੀਜ਼ ਹੋਰ ਵੀ, ਇਹ ਨੰਗੇ ਰਹਿੰਦੇ ਸੀ, ਠੀਕ ਆ। ਨੰਗੇ ਨਾ ਲਿਖੋ, ਨਗਨ ਲਿਖ ਲਓ, ਹਨਾ। ਨੰਗੇ ਵਰਡ ਅਜੀਬ ਜਿਹਾ ਲੱਗਦਾ ਨਾ, ਠੀਕ ਆ। ਇਹ ਜਿਹੜੇ ਸੀਗੇ ਨਗਨ ਰਹਿੰਦੇ ਸੀ। ਪਰ ਜਿਹੜੇ ਜੈਨ ਧਰਮ ਦੇ ਸੀਗੇ ਇਹ ਕੀ ਕਰਦੇ ਸੀ? ਇਹ ਚਿੱਟੇ ਕੱਪੜੇ ਪਾਉਂਦੇ ਸੀ। ਕਿਹੜੇ ਕੱਪੜੇ ਪਾਉਂਦੇ ਸੀ? ਚਿੱਟੇ ਕੱਪੜੇ ਪਾਉਂਦੇ ਸੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਜੇ ਪੇਪਰ ਦੇ ਵਿੱਚ ਆ ਗਿਆ ਤੇ ਏਦਾਂ ਨਾ ਕਰਿਓ ਵੀ ਦਿਗੰਬਰ ਵਾਲੇ ਨੰਗੇ ਕਰ ਦੋ, ਸਤੰਬਰ ਵਾਲੇ ਨੰਗੇ ਕਰ ਦੋ ਤੇ ਦਿਗੰਬਰ ਵਾਲਿਆਂ ਨੂੰ ਚਿੱਟੇ ਕੱਪੜੇ ਪਾ ਦੋ, ਉਲਟ ਨਾ ਕਰ ਦਿਓ ਕੰਮ, ਠੀਕ ਆ। ਸੋ ਦਿਗੰਬਰ ਵਾਲੇ ਜਿਹੜੇ ਸੀ ਇਹ ਬਿਲਕੁਲ ਨਗਨ ਰਹਿੰਦੇ ਸੀ ਤੇ ਸਤੰਬਰ ਵਾਲੇ ਚਿੱਟੇ ਕੱਪੜੇ ਪਾਉਂਦੇ ਸੀ, ਠੀਕ ਆ। ਤੇ ਇਹਨਾਂ ਨੇ, ਇਹ ਜਿਹੜੇ ਦਿਗੰਬਰ ਵਾਲੇ ਸੀ ਬਹੁਤ ਕਠੋਰ ਨਿਯਮ ਹੀ, ਕੋਈ ਇਹਨਾਂ ਨੇ ਪਰਿਵਰਤਨ ਨਹੀਂ ਕੀਤੇ। ਇਹੀ ਕਾਰਨ ਆ ਕਿ ਇਹ ਛੋਟੀ ਸ਼ਾਖਾ ਰਹਿ ਗਈ। ਪਰ ਸਤੰਬਰ ਵਾਲੇ ਜਿਹੜੇ ਸੀ ਇਹਨਾਂ ਨੇ ਬਦਲਾਵ ਵੀ ਕੀਤੇ। ਇਹਨਾਂ ਦੇ ਧਰਮ ਦੇ ਵਿੱਚ ਲਚਕੀਲਾਪਨ ਸੀ, ਮਤਲਬ ਬਦਲਾਵ ਕੀਤੇ ਇਹਨਾਂ ਨੇ। ਮਤਲਬ ਕਿ ਇਹ ਕਹਿੰਦੇ ਸੀ ਕਿ ਪ੍ਰਮਾਤਮਾ ਨੂੰ ਪਾਉਣ ਲਈ ਕੋਈ ਵੀ ਕਠੋਰ ਨਿਯਮ ਅਪਣਾ ਕੇ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ, ਠੀਕ ਹੈ। ਇਹ ਚੀਜ਼ ਕਹਿੰਦੇ, ਇਹ ਸਤੰਬਰ ਵਾਲਿਆਂ ਦਾ ਵਿਸ਼ਵਾਸ ਸੀਗਾ ਕਿ ਪ੍ਰਮਾਤਮਾ ਨਹੀਂ ਕਹਿੰਦਾ ਵੀ ਆਪਣੇ ਆਪ ਨੂੰ ਕਸ਼ਟ ਦਿਓ। ਕਹਿੰਦੇ ਪ੍ਰਮਾਤਮਾ ਮਤਲਬ ਏਦਾਂ ਨਹੀਂ ਆ ਵੀ ਜਿਹੜਾ ਬੰਦਾ ਆਪਣੇ ਸਰੀਰ ਨੂੰ ਕਸ਼ਟ ਦਊਗਾ ਉਹਨੂੰ ਹੀ ਮੈਂ ਮਿਲੂੰਗਾ। ਇਹ ਚੀਜ਼, ਇਹ ਇਹਨਾਂ ਦਾ ਵਿਸ਼ਵਾਸ ਸੀਗਾ। ਇਹੀ ਤਾਂ ਕਾਰਨ ਆ ਵੀ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਜ਼ਿਆਦਾ ਵੱਧ ਗਈ ਸੀ, ਠੀਕ ਹੈ। ਕਲੀਅਰ। ਹੁਣ ਆਪਾਂ ਜਾਂਦੇ ਆ ਬੁੱਧ ਧਰਮ ਦੀਆਂ ਸਿਖਾਵਾਂ ਤੇ, ਠੀਕ ਹੈ। ਬੁੱਧ ਧਰਮ ਦੀਆਂ ਸਿਖਾਵਾਂ ਤੇ ਆ ਜਾਓ। ਬੁੱਧ ਧਰਮ ਦੀ ਸਿਖਾਵਾਂ ਜਿਹੜੀਆਂ ਸੀਗੀਆਂ ਉਹ ਹੈਗੀ ਸੀ ਹੀਨਯਾਨ, ਠੀਕ ਹੈ। ਸੌਰੀ, ਬੁੱਧ ਧਰਮ ਦੀਆਂ ਜਿਹੜੀਆਂ ਸਿਖਾਵਾਂ ਹੈਗੀਆਂ ਸੀ ਉਹ ਹੈਗੀਆਂ ਸੀ ਹੀਨਯਾਨ ਤੇ ਮਹਾਯਾਨ, ਠੀਕ ਹੈ। ਜਿਹੜੀ ਹੀਨਯਾਨ ਸੀਗੀ ਉਹ ਛੋਟੀ ਸ਼ਾਖਾ ਸੀਗੀ, ਪਰ ਮਹਾਯਾਨ, ਮਹਾ ਤੋਂ ਹੀ ਚੇਤੇ ਰੱਖ ਲਿਓ, ਮਹਾ ਦਾ ਮਤਲਬ ਹੁੰਦਾ ਨਾ ਵੱਡਾ। ਮਹਾਯਾਨ ਜਿਹੜੀ ਸੀਗੀ ਉਹ ਵੱਡੀ ਸ਼ਾਖਾ ਸੀਗੀ। ਜਿਹੜੇ ਤਾਂ ਹੀਨਯਾਨ ਵਾਲੇ ਹੀ ਇਹ ਮਹਾਤਮਾ ਬੁੱਧ ਦੀਆਂ ਅਸਲੀ ਸਿੱਖਿਆਵਾਂ ਨੂੰ ਮੰਨਦੇ ਸੀ, ਪਰ ਜਿਹੜੇ ਮਹਾਯਾਨ ਵਾਲੇ ਸੀ ਇਹ ਬੁੱਧ ਦੀ ਹੋਂਦ ਨੂੰ ਮੰਨਦੇ ਸੀ। ਫਰਕ ਕੀ ਆ ਕਿ ਇਹ ਜਿਹੜੇ ਸੀ ਸਿੱਖਿਆ, ਇਹਨਾਂ ਨੇ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦੇ ਵਿੱਚ ਪਰਿਵਰਤਨ ਕੀਤੇ, ਚੇਂਜ ਕੀਤੇ ਤੇ ਬੁੱਧ ਦੀ ਹੋਂਦ ਨੂੰ ਮੰਨਦੇ ਸੀ। ਪਰ ਇਹ ਬੁੱਧ ਦੀਆਂ ਸਿੱਖਿਆਵਾਂ ਨੂੰ ਹੀ ਸਭ ਕੁਝ ਮੰਨਦੇ ਸੀ। ਇਹ ਚੀਜ਼ ਆ, ਇਹ ਫਰਕ ਨੂੰ ਤੁਸੀਂ ਯਾਦ ਰੱਖਿਓ, ਠੀਕ ਆ।
ਜਿਹੜੇ ਹੀਨयान ਵਾਲੇ ਸੀ ਇਹ ਮੂਰਤੀ ਪੂਜਾ ਨੂੰ ਨਹੀਂ ਮੰਨਦੇ ਸੀ, ਇਹ ਮੂਰਤੀ ਪੂਜਾ ਦੇ ਵਿਸ਼ਵਾਸ ਨਹੀਂ ਸੀ ਰੱਖਦੇ। ਪਰ ਜਿਹੜੇ ਮਹਾਯਾਨ ਵਾਲੇ ਆ ਇਹ ਮੂਰਤੀ ਪੂਜਾ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ, ਠੀਕ ਹੈ, ਕਿਉਂਕਿ ਬੁੱਧ ਦੀ ਹੋਂਦ ਨੂੰ ਮੰਨਦੇ ਸੀ। ਇਸੇ ਹੀ ਕਰਕੇ ਤਾਂ ਇੱਥੋਂ ਆਪਾਂ ਅੰਦਾਜ਼ਾ ਲਾ ਕੇ ਚੱਲ ਸਕਦੇ ਹਾਂ ਕਿ ਇਹ ਮੂਰਤੀ ਪੂਜਾ ਨੂੰ ਮੰਨਦੇ ਸੀਗੇ। ਪਰ ਜਿਹੜੇ ਹੀਨयान ਵਾਲੇ ਆ ਉਹ ਮੂਰਤੀ ਪੂਜਾ ਨੂੰ ਨਹੀਂ ਸੀ ਮੰਨਦੇ। ਇਹਨਾਂ ਦੀ ਭਾਸ਼ਾ ਹੈਗੀ ਸੀ ਪਾਲੀ ਤੇ ਇਹਨਾਂ ਦੀ ਭਾਸ਼ਾ ਹੈਗੀ ਸੀ ਸੰਸਕ੍ਰਿਤ। ਇਹ ਸੀਗਾ ਦੱਖਣ ਦਾ ਧਰਮ ਤੇ ਇਹ ਹੈਗਾ ਸੀ ਉੱਤਰ ਦਾ ਧਰਮ। ਹੁਣ ਸਿਮਿਲੈਰਿਟੀਜ਼ ਆ, ਇਸੇ ਹੀ ਕਰਕੇ ਤੇ ਮੈਂ ਕਿਹਾ, ਵੇਖੋ ਜਦੋਂ ਅਸੀਂ ਸਤੰਬਰ ਦੀ ਗੱਲ ਕਰਦੇ ਆ ਤਾਂ ਸਤੰਬਰ ਦੀ ਭਾਸ਼ਾ ਵੀ ਸੰਸਕ੍ਰਿਤ, ਉਹ ਵੀ ਉੱਤਰ ਦਾ ਧਰਮ ਹਨਾ, ਤੇ ਉਧਰੋਂ ਮਹਾਯਾਨ ਜਿਹੜੀ ਹੈ ਇਹਦੀ ਭਾਸ਼ਾ ਵੀ ਸੰਸਕ੍ਰਿਤ, ਇਹ ਵੀ ਉੱਤਰ ਦਾ ਧਰਮ। ਹੀਨयान ਜਿਹੜੀ ਹੈ ਇਹਦੀ ਪਾਲੀ ਭਾਸ਼ਾ ਵਾ। ਪਰ ਇਹਦੇ ਉਲਟ ਜਦੋਂ ਆਪਾਂ ਦਿਗੰਬਰ ਦੀ ਭਾਸ਼ਾ ਦੀ ਗੱਲ ਕਰਦੇ ਆ ਤੇ ਉਹਨਾਂ ਦੀ ਭਾਸ਼ਾ ਕਿਹੜੀ ਸੀਗੀ? ਪ੍ਰਕਿਰਤਕ ਸੀਗੀ। ਸੋ ਮੈਨੂੰ ਉਮੀਦ ਆ ਕਿ ਇਹ ਕਲਾਸ ਦੇਖਣ ਤੋਂ ਬਾਅਦ ਤੁਹਾਨੂੰ ਜੈਨ ਧਰਮ ਤੇ ਬੁੱਧ ਧਰਮ ਦੇ ਵਿੱਚ ਜਿਹੜਾ ਭੁਲੇਖਾ ਪੈਂਦਾ ਉਹ ਤੁਹਾਡਾ ਭੁਲੇਖਾ ਹੋ ਗਿਆ ਉਹ ਦੂਰ, ਤੇ ਇਹਦੇ ਨਾਲ ਹੀ ਸਾਡਾ ਜੈਨ ਧਰਮ ਤੇ ਬੁੱਧ ਧਰਮ ਹੁੰਦਾ ਵਾ ਕੰਪਲੀਟ। ਤੇ ਇਸ ਤੋਂ ਬਾਅਦ ਸਾਡੇ ਏਸ਼ੀਅਨ ਹਿਸਟਰੀ ਦੇ 3 ਹੀ ਰਹਿ ਗਏ ਆ, ਮੌਰੀਆ ਕਾਲ ਤੇ ਕੁਸ਼ਾਣ ਵੰਸ਼ ਤੇ ਹਰਸ਼ਵਰਧਨ ਕਾਲ। ਉਹ ਵੀ ਮੈਂ ਏਦਾਂ ਹੀ ਤੁਹਾਨੂੰ ਕਰਵਾ ਦੇਣਾ ਵਾ। ਜੇ ਏਦਾਂ ਨਾ ਹੋਇਆ ਮੈਰਾਥਨ ਤੇ ਫਿਰ ਆਪਣੀ ਚੱਲਣੀ ਹੀ ਚੱਲਣੀ ਆ, ਪਹਿਲਾਂ ਵੀ ਚੱਲੀ ਆ, ਹੁਣ ਵੀ ਕੁਛ ਕੁ ਦਿਨ ਬਾਅਦ ਆਪਣੀ ਮੈਰਾਥਨ ਚੱਲੂਗੀ, ਉਹ ਉਹਦੇ ਵਿੱਚ ਮੈਂ ਤੁਹਾਨੂੰ ਕਰਵਾ ਦਾਂਗੀ, ਠੀਕ ਆ। ਸੋ ਇਹ ਟੌਪਿਕ ਜਿਹੜਾ ਸੀ ਕੁਝ ਇਸ ਤਰੀਕੇ ਦੇ ਨਾਲ ਕਰਵਾਉਣ ਵਾਲਾ ਹੀ, ਜਿਸ ਕਰਕੇ ਮੈਂ ਇਹਨੂੰ ਕੰਪਲੀਟ ਕਰਨਾ ਚਾਹਿਆ, ਕਿਉਂਕਿ ਪਲੇਲਿਸਟ ਦੇ ਵਿੱਚ ਇਹ ਵੀਡੀਓ ਸਕਿਪ ਸੀਗੀ, ਅਜੇ ਐਡ ਨਹੀਂ ਸੀ ਕੀਤੀ, ਠੀਕ ਆ। ਸੋ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਰ ਦੇਣਾ, ਲਾਈਕ ਕਰੋਗੇ ਤੇ ਹੋ ਸਕਦਾ ਅਗਲੀ ਵੀਡੀਓ ਵੀ ਲੈ ਕੇ ਆਵਾਂ, ਠੀਕ ਆ। ਲਾਈਕ ਬਹੁਤ ਘੱਟ ਕਰਦੇ ਆ, ਲਾਈਕ ਕਰਦਿਆ ਕਰੋ ਤੇ ਮਿਲਾਂਗੇ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।